सारे साथियों ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਵੀਡੀਓ ਦੇਖ ਰਹੇ ਹਨ ਸਾਰੇ ਸਾਥੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਜਿਹਦੇ ਨਾਲ ਤੁਹਾਨੂੰ ਰੀਟ ਤੋਂ ਸੰਬੰਧਿਤ ਪੰਜਾਬੀ ਵਿਸ਼ੇ ਦੇ ਵੀਡੀਓ ਲਗਾਤਾਰ ਮਿਲਦੇ ਰਹਿਣ। ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਨੀ ਹੈ। ਅੱਜ ਸਾਥੀਓ ਅਸੀਂ ਪੜ੍ਹਨ ਜਾ ਰਹੇ ਹਾਂ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਦੇ ਸਿਧਾਂਤ। ਸਾਡੀ ਯੂਨਿਟ 6 ਦੇ ਵਿੱਚ ਦਿੱਤਾ ਗਿਆ ਹੈ ਦੇਖਣ ਸੁਣਨ ਸਾਧਨਾਂ ਦਾ ਅਰਥ, ਵਰਤੋਂ, ਵੇਰਵਾ ਤੇ ਵਰਤੋਂ ਦੇ ਸਿਧਾਂਤ। ਅਰਥ ਤੇ ਵੇਰਵਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਪੜ੍ਹਨਾ ਹੈ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਦੇ ਸਿਧਾਂਤ। ਇਹ ਟੌਪਿਕ ਸਾਡੇ ਰੀਡ ਦੇ ਸਿਲੇਬਸ ਦੇ ਵਿੱਚ ਦਿੱਤਾ ਗਿਆ ਹੈ। ਵਰਤੋਂ ਦੇ ਸਿਧਾਂਤ। ਵਰਤੋਂ ਦੇ ਸਿਧਾਂਤ ਦਾ ਮਤਲਬ ਹੈ ਕਿ ਪ੍ਰਯੋਗ ਕਰਨ ਦੇ ਸਿਧਾਂਤ, ਉਹਨਾਂ ਨੂੰ ਕਿਵੇਂ ਵਰਤਿਆ ਜਾਵੇ। ਵਰਤੋਂ ਕਰਨ ਦਾ ਭਾਵ ਹੁੰਦਾ ਹੈ ਉਪਯੋਗ ਕਰਨਾ ਜਾਂ ਪ੍ਰਯੋਗ ਕਰਨਾ, ਕਿਵੇਂ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ। ਉਹ ਸਿਧਾਂਤ ਅਸੀਂ ਜੋ ਕੰਮ ਵਿੱਚ ਲੈਣੇ ਹਨ। ਜੋ ਦੇਖਣ ਸੁਣਨ ਸਾਧਨ ਹੈ ਉਹਨਾਂ ਸਾਰੇ ਸਾਧਨਾਂ ਬਾਰੇ ਅਸੀਂ ਪੜ੍ਹ ਚੁੱਕੇ ਹਾਂ। ਉਮੀਦ ਹੈ ਤੁਹਾਨੂੰ ਸਾਰੇ ਸਮਝ ਆ ਗਏ ਹੋਣੇ ਹੈ। ਅਸੀਂ ਅੱਜ ਵਰਤੋਂ ਦੇ ਸਿਧਾਂਤਾਂ ਬਾਰੇ ਪੜ੍ਹਾਂਗੇ ਕਿ ਵਰਤੋਂ ਦੇ ਸਿਧਾਂਤਾਂ ਦੀ ਜ਼ਰੂਰਤ ਵੀ ਕਿਉਂ ਹੈ ਤੇ ਕਿਉਂ ਅਸੀਂ ਇਹਨਾਂ ਨੂੰ ਕਿਹੜੇ ਸਿਧਾਂਤ ਹੈ ਉਹਨਾਂ ਬਾਰੇ ਅਸੀਂ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਦੇਖਣ ਸੁਣਨ ਸਾਧਨ ਸਿੱਖਿਆ ਪ੍ਰਕਿਰਿਆ ਦਾ ਇੱਕ ਜ਼ਰੂਰੀ ਅੰਗ ਹਨ। ਕੀ ਹਨ? ਜ਼ਰੂਰੀ ਅੰਗ ਹਨ, ਕਿਉਂਕਿ ਇਹਨਾਂ ਨਾਲ ਸਿੱਖਿਆ ਸੌਖੇ ਢੰਗ ਨਾਲ ਦਿੱਤੀ ਜਾ ਸਕਦੀ ਹੈ, ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਤੇ ਰੁਚੀ ਵੀ ਪੈਦਾ ਹੁੰਦੀ ਹੈ। ਇਹਨਾਂ ਦੀ ਸਹਾਇਤਾ ਨਾਲ ਅਸੀਂ ਕੀ ਕਰ ਸਕਦੇ ਹਾਂ? ਪਾਠ ਦੇ ਉਦੇਸ਼ ਸੌਖੀ ਤਰ੍ਹਾਂ ਪ੍ਰਾਪਤ ਕੀਤੇ ਜਾ ਸਕਦੇ ਹਨ। ਕਿਹਦੇ ਉਦੇਸ਼? ਪਾਠ ਦੇ ਉਦੇਸ਼। ਜੋ ਸਿੱਖਿਆ ਸਮੱਗਰੀ ਜਾਂ ਵਿਸ਼ਾ ਵਸਤੂ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਉਹ ਸੌਖੀ ਤਰ੍ਹਾਂ ਉਹਦੇ ਉਦੇਸ਼ ਪ੍ਰਾਪਤ ਹੋ ਸਕਦੇ ਹਨ, ਜਿਹੜੇ ਉਦੇਸ਼ ਅਸੀਂ ਰੱਖੇ ਹਨ ਜਾਂ ਮਿੱਥੇ ਗਏ ਹਨ ਸਾਡੇ ਉਦੇਸ਼। ਇਸ ਤੋਂ ਬਾਅਦ ਅਸੀਂ ਦੇਖਾਂਗੇ ਜੇਕਰ ਇਹਨਾਂ ਦਾ ਉਚਿਤ ਪ੍ਰਯੋਗ ਨਾ ਕੀਤਾ ਜਾਵੇ ਤਾਂ ਇਹਨਾਂ ਨੂੰ ਇਕੱਤਰ ਭਾਵ ਇਕੱਠੇ ਕਰਨ ਦਾ ਕੋਈ ਲਾਭ ਜਾਂ ਫਾਇਦਾ ਨਹੀਂ ਹੈ। ਤਾਂ ਆਮ ਅਸੀਂ ਦੇਖਿਆ ਕਿ ਇਹ ਦੇਖਦੇ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਦੇਖਣ ਸੁਣਨ ਸਾਧਨ ਉਪਲਬਧ ਹੁੰਦੇ ਹਨ ਪਰ ਉਹਨਾਂ ਦੀ ਯੋਗ ਵਰਤੋਂ ਨਹੀਂ ਕੀਤੀ ਜਾਂਦੀ, ਚਾਹੇ ਉਹ ਕਿਸੇ ਵੀ ਚਾਹੇ ਸਮੇਂ ਦੀ ਘਾਟ ਕਾਰਨ ਜਾਂ ਕਿਸੇ ਵੀ ਬਿਨਾਂ ਕਿਸੇ ਯੋਜਨਾ ਦੀ ਘਾਟ ਦੇ ਕਾਰਨ ਉਹ ਕੀ ਨਹੀਂ ਕੀਤੀ ਜਾਂਦੀ, ਉਹਨਾਂ ਦੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾਂਦੀ। ਤਾਂ ਇਹਨਾਂ ਸਾਧਨਾਂ ਦੀ ਉਚਿਤ ਵਰਤੋਂ ਬਿਨਾਂ ਇਹ ਕਿਸੇ ਕੰਮ ਦੇ ਨਹੀਂ ਹੈ, ਜਾਂ ਇਹਨਾਂ ਨੂੰ ਕਿਸੇ ਹੋਰ ਕੰਮਾਂ ਵਿੱਚ ਜਿਵੇਂ ਮੰਨ ਲਓ ਕੋਈ ਸਹਾਇਕ ਸਾਧਨ ਵਿਦਿਆਰਥੀ ਕੋਲੇ ਵੀ ਉਪਲਬਧ ਹੈ ਮੰਨ ਲਓ, ਤੇ ਉਹਨਾਂ ਦਾ ਉਹ ਕੀ ਕਰਦਾ ਹੈ ਮਨੋਰੰਜਨ ਰਾਹੀਂ ਹੀ ਉਪਯੋਗ ਕਰ ਰਿਹਾ ਹੈ ਉਹਨਾਂ ਦਾ, ਜਾਂ ਉਸ ਦੇ ਵਿੱਚ ਗਾਣੇ ਸੁਣ ਰਿਹਾ ਹੈ, ਤਾਂ ਉਹਦਾ ਕੋਈ ਉਚਿਤ ਉਪਯੋਗ ਨਹੀਂ ਹੋ ਰਿਹਾ, ਉਹਦਾ ਦੁਰਵਰਤੋਂ ਹੋ ਰਹੀ ਹੈ। ਤਾਂ ਇਹਦੀ ਠੀਕ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਇੱਕ ਅਧਿਆਪਕ ਇਹਦੀ ਠੀਕ ਵਰਤੋਂ ਕਿਵੇਂ ਕਰਵਾ ਸਕਦਾ, ਇਹ ਅਸੀਂ ਵੇਖਣਾ ਹੈ। ਇਹਨਾਂ ਤੋਂ ਵਧੀਆ ਨਤੀਜੇ ਹਾਸਲ ਕਰਨ ਲਈ, ਇਹਨਾਂ ਤੋਂ ਭਾਵ ਦੇਖਣ ਸੁਣਨ ਸਾਧਨਾਂ ਤੋਂ ਵਧੀਆ ਨਤੀਜੇ, ਚੰਗੇ ਰਿਜ਼ਲਟ ਪ੍ਰਾਪਤ ਕਰਨ ਲਈ ਅਸੀਂ ਕੀ ਕਰਨਾ ਚਾਹੀਦਾ ਹੈ? ਕੁਝ ਮਾਰਗਦਰਸ਼ਕ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਕਿਹਨੂੰ? ਮਾਰਗਦਰਸ਼ਕ ਸਿਧਾਂਤਾਂ ਨੂੰ। ਜਿਹਨੇ ਸਿਧਾਂਤਾਂ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਇਹ ਸਿਧਾਂਤਾਂ ਦਾ ਧਿਆਨ ਕਿਹਨੇ ਰੱਖਣਾ ਹੈ? ਅਧਿਆਪਕ ਨੇ। ਤਾਂ ਅਧਿਆਪਕ ਦੇ ਵਾਸਤੇ ਕੁਝ ਜ਼ਰੂਰੀ ਸਿਧਾਂਤ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਧਿਆਪਕ ਹੈ ਜੋ ਵਿਦਿਆਰਥੀਆਂ ਲਈ ਦੇਖਣ ਸੁਣਨ ਸਹਾਇਕ ਸਾਧਨਾਂ ਦਾ ਚੰਗੀ ਤਰ੍ਹਾਂ ਪ੍ਰਯੋਗ ਕਰ ਸਕੇ। ਤਾਂ ਇਹਨਾਂ ਸਿਧਾਂਤਾਂ ਬਾਰੇ ਪੜਾਂਗੇ। ਪਹਿਲਾਂ ਤਾਂ ਅਸੀਂ ਦੇਖਾਂਗੇ ਕਿ ਸਿਧਾਂਤ ਹੈ ਕਿਹੜੇ-ਕਿਹੜੇ, ਫਿਰ ਅਸੀਂ ਉਹਨਾਂ ਬਾਰੇ ਸਮਝਾਂਗੇ। ਪਹਿਲਾ ਸਿਧਾਂਤ ਤਾਂ ਸਾਡਾ ਇਹ ਹੈ ਕਿ ਟੀਚਾ ਨਹੀਂ ਸਾਧਨ। ਇਹਨੂੰ ਅਸੀਂ ਸਮਝਾਂਗੇ। ਟੀਚਾ ਕਿਹਾ ਜਾਂਦਾ ਹੈ ਸਾਡੇ ਉਦੇਸ਼ ਨੂੰ, ਜਾਂ ਅਸੀਂ ਕਹਿ ਸਕਦੇ ਹਾਂ ਲਕਸ਼ਯ ਜਾਂ ਟਾਰਗੇਟ ਨੂੰ। ਇਹ ਜੋ ਦੇਖਣ ਸੁਣਨ ਸਾਧਨ ਹਨ ਇਹ ਟੀਚਾ ਨਹੀਂ ਹਨ, ਭਾਵ ਉਦੇਸ਼ ਨਹੀਂ ਹੈ ਸਾਡਾ ਕਿ ਅਸੀਂ ਬਸ ਇਹਨਾਂ ਦੀ ਹੀ ਜਾਣਕਾਰੀ ਕਰਦੇ ਰਹਿਣਾ, ਅੱਗੇ ਕੁਝ ਕਰਨਾ ਨਹੀਂ। ਇਹ ਸਿਰਫ ਸਾਧਨ ਹਨ। ਕਿਹਦੇ ਸਾਧਨ ਹਨ? ਸਿੱਖਣ ਦੇ। ਵਿਦਿਆਰਥੀ ਨੂੰ ਸਾਡਾ ਉਦੇਸ਼ ਹੈ ਵਿਦਿਆਰਥੀ ਨੂੰ ਸਿਖਾਉਣਾ, ਨਾ ਕਿ ਦੇਖਣ ਸੁਣਨ ਸਾਧਨ। ਇਹ ਸਾਡੇ ਉਦੇਸ਼ ਨਹੀਂ, ਇਹ ਸਿਰਫ ਔਰ ਸਿਰਫ ਉਸ ਉਦੇਸ਼ ਤੱਕ ਪਹੁੰਚਣ ਦੇ ਸਾਧਨ ਹਨ। ਕੀ ਹਨ? ਸਾਧਨ। ਉਸ ਤੋਂ ਬਾਅਦ ਸਾਡਾ ਦੂਜਾ ਹੈ ਸਿਧਾਂਤ, ਜਿਹੜਾ ਅਸੀਂ ਇਸ ਸਿਧਾਂਤ ਨੂੰ ਸਮਝਾਂਗੇ ਘੱਟ ਸੰਖਿਆ। ਕਿਹੜਾ ਹੈ ਦੂਜਾ ਸਿਧਾਂਤ ਸਾਡਾ? ਘੱਟ ਸੰਖਿਆ। ਉਸ ਤੋਂ ਬਾਅਦ ਹੈ ਦੇਖਣ ਸੁਣਨ ਸਾਧਨਾਂ ਦੀ ਚੋਣ, ਵੀ ਕਿਸ ਤਰ੍ਹਾਂ ਨਾਲ ਇਹਨਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਤਿਆਰੀ ਦਾ ਸਿਧਾਂਤ ਤੇ ਉਸ ਤੋਂ ਬਾਅਦ ਹੈ ਪੇਸ਼ਕਾਰੀ ਦਾ ਸਿਧਾਂਤ। ਅਸੀਂ ਇਹਨਾਂ ਸਾਰੇ ਸਿਧਾਂਤਾਂ ਨੂੰ ਹੁਣ ਵੇਖਾਂਗੇ ਕਿ ਕੀ ਹਨ ਇਹ ਸਿਧਾਂਤ, ਸਮਝਾਂਗੇ।
ਤਾਂ ਸਾਡਾ ਪਹਿਲਾ ਜੋ ਸਿਧਾਂਤ ਹੈ ਇਹ ਹੈ ਕਿ ਟੀਚਾ ਨਹੀਂ ਸਾਧਨ। ਟੀਚਾ ਨਹੀਂ ਸਾਧਨ। ਇਸ ਦਾ ਕੀ ਭਾਵ ਹੈ? ਟੀਚਾ ਦਾ ਭਾਵ ਆਪਾਂ ਦੇਖਿਆ ਕਿ ਕੀ ਹੈ? ਉਦੇਸ਼। ਸਾਡਾ ਉਦੇਸ਼ ਕੀ ਨਹੀਂ ਹੈ? ਸਾਡਾ ਉਦੇਸ਼ ਨਹੀਂ ਹੈ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਹੀ ਸਾਡਾ ਉਦੇਸ਼ ਨਹੀਂ ਹੈ। ਸਾਡਾ ਉਦੇਸ਼ ਕੀ ਹੈ? ਸਾਡਾ ਉਦੇਸ਼ ਹੈ ਸਿਖਾਉਣਾ। ਕੀ ਹੈ? ਸਿਖਾਉਣਾ ਵਿਦਿਆਰਥੀ ਨੂੰ। ਪਰ ਦੇਖਣ ਸੁਣਨ ਸਾਧਨ ਸਾਡਾ ਉਦੇਸ਼ ਨਹੀਂ ਹੈ। ਪਰ ਸਾਧਨ ਕੀ ਹੈ? ਜੋ ਸਾਡੇ ਦੇਖਣ ਸੁਣਨ ਸਾਧਨ ਹਨ ਇਹਨਾਂ ਦਾ ਪ੍ਰਯੋਗ ਕੀ ਹੈ? ਇਹ ਇੱਕ ਸਾਧਨ ਦੇ ਰੂਪ ਵਿੱਚ ਅਸੀਂ ਵਰਤਣਾ ਹੈ। ਦੇਖਣ ਸੁਣਨ ਸਾਧਨ ਇਹ ਕੀ ਹਨ? ਇਹ ਸਾਧਨ ਹਨ, ਉਦੇਸ਼ ਨਹੀਂ ਹੈ। ਉਦੇਸ਼ ਹੈ ਸਾਡਾ ਸਿਖਾਉਣਾ ਵਿਦਿਆਰਥੀਆਂ ਨੂੰ। ਇਸ ਸਾਧਨ ਦੀ ਵਰਤੋਂ ਕਰਕੇ ਦੇਖਣ ਸੁਣਨ ਸਹਾਇਕ ਸਾਧਨ ਦੀ ਅਸੀਂ ਕੀ ਕਰਨਾ ਹੈ? ਇਹਨਾਂ ਨੂੰ ਸਿਖਾਉਣਾ ਹੈ। ਤੇ ਇਹ ਸਾਧਨ ਵੀ ਕਿਹੜੇ ਹਨ ਇਹ ਚੀਜ਼ ਵੀ ਧਿਆਨ ਦੇਣ ਯੋਗ ਹੈ। ਇਹ ਦੇਖਣ ਸੁਣਨ ਸਾਧਨ ਸਹਾਇਕ ਦੇਖਣ ਸੁਣਨ ਸਾਧਨ ਹਨ ਜਿਹੜੇ ਸਾਡੀ ਸਮੱਗਰੀ ਹੈ ਉਹ ਸਾਧਨ ਹੈ ਸਿਖਾਉਣ ਦੇ। ਤੇ ਕਿਹੜੇ ਸਾਧਨ ਹਨ? ਸਹਾਇਕ ਸਾਧਨ ਹਨ। ਇਹ ਵੀ ਪ੍ਰਮੁੱਖ ਸਾਧਨ ਨਹੀਂ ਹਨ। ਕੀ ਨਹੀਂ ਹਨ? ਪ੍ਰਮੁੱਖ ਸਾਧਨ ਨਹੀਂ ਹਨ। ਸਹਾਇਕ ਸਾਧਨਾਂ ਦੇ ਰੂਪ ਵਿੱਚ ਅਸੀਂ ਇਹਨਾਂ ਨੂੰ ਵਰਤਣਾ ਹੈ। ਪ੍ਰਮੁੱਖ ਸਾਧਨ ਨਹੀਂ ਹਨ ਕਦੇ ਵੀ। ਪ੍ਰਮੁੱਖ ਸਾਧਨ ਨਹੀਂ ਹਨ। ਇਹ ਜੋ ਸਾਧਨ ਹੈ ਇਹ ਪ੍ਰਮੁੱਖ ਨਹੀਂ ਹਨ। ਕੀ ਹਨ? ਕੇਵਲ ਸਹਾਇਕ ਸਾਧਨ ਦੇ ਰੂਪ ਤੇ ਅਸੀਂ ਇਹਨਾਂ ਨੂੰ ਪ੍ਰਯੋਗ ਕਰਨਾ ਹੈ। ਇਸ ਤੋਂ ਬਾਅਦ ਅਸੀਂ ਦੇਖਾਂਗੇ ਸਹਾਇਕ ਸਾਧਨ ਦੇ ਰੂਪ ਚ ਅਸੀਂ ਕਿਵੇਂ ਪ੍ਰਯੋਗ ਕਰਨਾ ਹੈ ਇਹਨਾਂ ਨੂੰ। ਜਿਵੇਂ ਮੰਨ ਲਓ ਇੱਕ ਤਾਂ ਇਹ ਚੀਜ਼ ਹੈ ਕਿ ਜਿੱਥੇ ਸਾਨੂੰ ਇਸ ਦੀ ਜ਼ਰੂਰਤ ਹੈ। ਕੀ ਹੈ? ਜਿੱਥੇ ਜ਼ਰੂਰਤ ਉੱਥੇ ਹੀ ਅਸੀਂ ਇਹਨਾਂ ਦਾ ਪ੍ਰਯੋਗ ਕਰਨਾ ਹੈ। ਉੱਥੇ ਹੀ ਪ੍ਰਯੋਗ ਕਰਨਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਕੋਈ ਵਿਸ਼ਾ ਵਸਤੂ ਸਮਝਾਉਣ ਲਈ ਜਿੱਥੇ ਇਹਨਾਂ ਦੀ ਜ਼ਰੂਰਤ ਹੈ ਉੱਥੇ ਹੀ ਪ੍ਰਯੋਗ ਕਰਨਾ। ਐ ਨਹੀਂ ਅਸੀਂ ਹਰ ਥਾਂ ਤੇ ਇਹਨਾਂ ਨੂੰ ਚੱਕੀ ਫਿਰੀਏ, ਪ੍ਰਯੋਗ ਹੈ ਨਹੀਂ, ਵਿਦਿਆਰਥੀ ਉਹਦੇ ਨਾਲ ਲਾਭ ਤਾਂ ਕੀ ਮਿਲਦਾ, ਉਹਨਾਂ ਨੂੰ ਨੁਕਸਾਨ ਹੁੰਦਾ ਉਸ ਚੀਜ਼ ਦਾ, ਕਿਉਂਕਿ ਉਹਨਾਂ ਦਾ ਧਿਆਨ ਤਾਂ ਉਧਰ ਹੀ ਚਲਿਆ ਜਾਂਦਾ ਹੈ ਤੇ ਸਮੇਂ ਦੀ ਦੁਰਵਰਤ ਹੁੰਦੀ ਹੈ। ਜਿੱਥੇ ਜ਼ਰੂਰਤ ਹੈ ਉੱਥੇ ਹੀ ਅਸੀਂ ਪ੍ਰਯੋਗ ਕਰਨਾ ਇਹਨਾਂ ਦਾ। ਦੂਜੀ ਗੱਲ ਕੀ ਹੈ ਕਿ ਜਿਹੜੀ ਸਮੱਗਰੀ, ਜਿਹੜੀ ਪਾਠ ਵਸਤੂ ਜਾਂ ਵਿਸ਼ਾ ਵਸਤੂ ਇਸ ਤੋਂ ਬਿਨਾਂ ਪੜ੍ਹਾਈ ਜਾ ਸਕੇ। ਠੀਕ ਹੈ? ਇਹਨਾਂ ਤੋਂ ਬਿਨਾਂ, ਇਹਨਾਂ ਭਾਵ ਸਿੱਖਣ ਸਹਾਇਕ ਸਾਧਨਾਂ ਤੋਂ, ਦੇਖਣ ਸੁਣਨ ਸਹਾਇਕ ਸਾਧਨਾਂ ਤੋਂ, ਇਹਨਾਂ ਤੋਂ ਬਿਨਾਂ ਪੜ੍ਹਾਈ ਜਾ ਸਕੇ ਉੱਥੇ ਅਸੀਂ ਇਹਦਾ ਪ੍ਰਯੋਗ ਨਹੀਂ ਕਰਨਾ। ਕੀ ਨਹੀਂ ਕਰਨਾ? ਉੱਥੇ ਅਸੀਂ ਇਸ ਦਾ ਪ੍ਰਯੋਗ ਨਹੀਂ ਕਰਨਾ। ਉੱਥੇ ਇਸ ਦਾ ਪ੍ਰਯੋਗ ਕਰਨਾ ਬਿਲਕੁਲ ਵਿਅਰਥ ਹੈ। ਉਹਨੂੰ ਬਿਨਾਂ ਇਹਨਾਂ ਤੋਂ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ। ਪ੍ਰਭਾਵਸ਼ਾਲੀ ਢੰਗ ਨਾਲ ਜੇਕਰ ਅਸੀਂ ਕੋਈ ਚੀਜ਼ ਇਹਨਾਂ ਸਾਧਨਾਂ ਤੋਂ ਬਿਨਾਂ ਪੜ੍ਹਾ ਸਕਦੇ ਹਾਂ ਤਾਂ ਅਸੀਂ ਇਹਨਾਂ ਦਾ ਪ੍ਰਯੋਗ ਕਦੇ ਵੀ ਨਹੀਂ ਕਰਨਾ। ਕੋਈ ਜ਼ਰੂਰਤ ਨਹੀਂ ਹੈ। ਤਾਂ ਅਸੀਂ ਇਸ ਚੀਜ਼ ਨੂੰ ਸਮਝਿਆ ਕਿ ਇਹਨਾਂ ਨੂੰ ਅਸੀਂ ਸਿਰਫ ਉਦੇਸ਼ ਨਹੀਂ ਸਮਝਣਾ, ਸਿਰਫ ਟੀਚਾ ਹੀ ਸਮਝਣਾ। ਇਹਨਾਂ ਨੂੰ ਟੀਚਾ ਨਹੀਂ ਸਮਝਣਾ ਹੈ, ਕੇਵਲ ਸਾਧਨ ਸਮਝਣਾ ਹੈ। ਅੰਤਿਮ ਉਦੇਸ਼ ਸਾਡਾ ਕੀ ਹੈ? ਸਿਖਾਉਣਾ ਹੈ। ਸਿਰਫ ਸਾਧਨ ਦੇ ਰੂਪ ਵਿੱਚ ਦੇਖਣ ਸੁਣਨ ਸਹਾਇਕ ਸਾਧਨਾਂ ਦੀ ਵਰਤੋਂ ਅਸੀਂ ਕਰਨੀ ਹੈ। ਜਿੱਥੇ ਜ਼ਰੂਰਤ ਹੈ ਉੱਥੇ ਹੀ ਪ੍ਰਯੋਗ ਕਰਨਾ ਹੈ। ਅਸੀਂ ਫਾਲਤੂ ਦਾ ਪ੍ਰਯੋਗ ਇਹਨਾਂ ਦਾ ਨਹੀਂ ਕਰਨਾ ਕਿ ਹਰ ਥਾਂ ਤੇ ਅਸੀਂ ਇਹਨਾਂ ਦਾ ਪ੍ਰਯੋਗ ਕਰਦੇ ਰਹੀਏ, ਜਿਹਦੇ ਨਾਲ ਬੱਚਿਆਂ ਦਾ ਧਿਆਨ ਵੀ ਵੱਧ ਜਾਂਦਾ ਹੈ, ਹੋਰ ਪਾਸੇ ਲੱਗਿਆ ਰਹਿੰਦਾ, ਇਹਨਾਂ ਪਾਸੇ ਪੜ੍ਹਨ ਕਨੀ ਧਿਆਨ ਹੀ ਨਹੀਂ ਜਾਂਦਾ, ਨੁਕਸਾਨ ਹੋ ਜਾਂਦਾ ਹੈ। ਤੇ ਇੱਕ ਜਿਹੜੀ ਸਮੱਗਰੀ ਜਾਂ ਪਾਠ ਵਸਤੂ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ, ਇੱਕ ਅਧਿਆਪਕ ਇਹਨਾਂ ਤੋਂ ਬਿਨਾਂ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਸਕਦਾ ਹੈ ਤਾਂ ਉਹਨੂੰ ਇਹਨਾਂ ਤੋਂ ਬਿਨਾਂ ਹੀ ਪੜ੍ਹਾਉਣੀ ਚਾਹੀਦੀ ਹੈ। ਇਹਨਾਂ ਦਾ ਪ੍ਰਯੋਗ ਉੱਥੇ ਨਹੀਂ ਕਰਨਾ ਚਾਹੀਦਾ। ਇਹ ਤਾਂ ਅਸੀਂ ਪੜ੍ਹਦੇ ਸਾਡਾ ਪਹਿਲਾ ਸਿਧਾਂਤ ਟੀਚਾ ਨਹੀਂ ਸਾਧਨ। ਹੁਣ ਅਸੀਂ ਦੂਜਾ ਸਿਧਾਂਤ ਪੜ੍ਹਾਂਗੇ ਕਿ ਦੂਜਾ ਸਿਧਾਂਤ ਕੀ ਹੈ। ਸਾਡਾ ਦੂਜਾ ਸਿਧਾਂਤ ਹੈ ਤਿਆਰੀ ਦਾ ਸਿਧਾਂਤ। ਇਹਦੇ ਬਾਰੇ ਅਸੀਂ ਹੁਣ ਪੜ੍ਹਾਂਗੇ। ਤਿਆਰੀ ਦਾ ਸਿਧਾਂਤ। ਹੁਣ ਤਿਆਰੀ ਦਾ ਹੁਣ ਸਾਡਾ ਦੂਜਾ ਜਿਹੜਾ ਸਿਧਾਂਤ ਹੈ ਉਹ ਹੈ ਘੱਟ ਸੰਖਿਆ।
ਦੂਜਾ ਸਿਧਾਂਤ ਕੀ ਹੈ? ਘੱਟ ਸੰਖਿਆ। ਕਿਹਦੀ ਘੱਟ ਸੰਖਿਆ? ਦੇਖਣ ਸੁਣਨ ਸਾਧਨਾਂ ਦੀ। ਦੇਖਣ ਸੁਣਨ ਸਾਧਨਾਂ ਦੀ ਘੱਟ ਸੰਖਿਆ। ਘੱਟ ਸੰਖਿਆ ਤੋਂ ਕੀ ਭਾਵ ਹੈ? ਜਦੋਂ ਵੀ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ ਤਾਂ ਜਿਹੜੇ ਜ਼ਰੂਰਤ ਹੈ ਜਾਂ ਲੋੜ ਹੈ ਉਹਨਾਂ ਉਪਕਰਨਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਕੀ ਗੱਲ ਧਿਆਨ ਰੱਖਣੀ ਹੈ ਅਸੀਂ? ਜਿਨ੍ਹਾਂ ਸਾਧਨਾਂ ਦੀ ਜ਼ਰੂਰਤ ਹੈ, ਸਾਧਨਾਂ ਦੀ ਜ਼ਰੂਰਤ ਹੈ ਉਹਨਾਂ ਦਾ ਪ੍ਰਯੋਗ ਹੀ ਕਰਨਾ ਚਾਹੀਦਾ ਹੈ। ਉਹਨਾਂ ਦਾ ਪ੍ਰਯੋਗ ਹੀ ਕਰਨਾ ਹੈ। ਜੇਕਰ ਸਾਨੂੰ ਕਿਸੇ ਸਾਧਨ ਦੀ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਦਾ ਪ੍ਰਯੋਗ ਅਸੀਂ ਨਹੀਂ ਕਰਨਾ। ਕਲਾਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਾਧਨਾਂ ਨੂੰ ਇਕੱਠੇ ਕਰ ਲਈਏ, ਉਹਨਾਂ ਨਾਲ ਵੀ ਬੱਚੇ ਕੀ ਹੋ ਜਾਂਦੇ ਹੈ? ਗੁੰਮਰਾਹ ਹੋ ਜਾਂਦੇ, ਉਹਨਾਂ ਵੱਲ ਹੀ ਧਿਆਨ ਰਹਿੰਦਾ ਹੈ। ਇਹ ਨਹੀਂ ਕਰਨਾ। ਸੰਖਿਆ ਦਾ ਮਹੱਤਵ ਨਹੀਂ ਹੈ। ਮਹੱਤਵ ਕਾਹਦਾ ਹੈ? ਜ਼ਿਆਦਾ ਮਹੱਤਵ ਸੰਖਿਆ ਜਿਹੜੀ ਅਸੀਂ ਕਰਦੇ ਹਾਂ ਇਕੱਠੀ ਉਪਕਰਨਾਂ ਦੀ, ਸੰਖਿਆ ਦਾ ਮਹੱਤਵ ਨਹੀਂ ਹੈ। ਕਾਹਦਾ ਮਹੱਤਵ ਹੈ? ਉਚਿਤ ਪ੍ਰਯੋਗ ਦਾ। ਜਿਹੜੇ ਸਾਡੇ ਸਹਾਇਕ ਸਾਧਨ ਹਨ ਉਹਨਾਂ ਦਾ ਉਚਿਤ ਪ੍ਰਯੋਗ ਕੀਤਾ ਜਾਵੇ, ਉਹਦਾ ਮਹੱਤਵ ਹੈ। ਕਿਹਦਾ ਹੈ? ਉਚਿਤ ਪ੍ਰਯੋਗ ਦਾ ਮਹੱਤਵ ਹੈ। ਜੇਕਰ ਅਸੀਂ ਜ਼ਿਆਦਾ ਸੰਖਿਆ ਵਿੱਚ ਉਪਕਰਨ ਜਾਂ ਸਾਧਨ ਸਹਾਇਕ ਸਾਧਨ ਇਕੱਠੇ ਕਰ ਲੈਂਦੇ ਹਾਂ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਉਹਨਾਂ ਦਾ ਯੋਗ ਉਪਯੋਗ ਕਰੀਏ ਜਿਹਦੇ ਨਾਲ ਵਿਦਿਆਰਥੀਆਂ ਨੂੰ ਕੀ ਮਿਲੇ? ਫਾਇਦਾ ਮਿਲੇ। ਇਸ ਲਈ ਜ਼ਿਆਦਾਤਰ ਅਸੀਂ ਸਾਧਨ ਇਕੱਠੇ ਕਰਦੇ ਹਾਂ ਜਾਂ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦਾ ਸਾਡਾ ਸਮਾਂ ਵੀ ਵੇਸਟ ਹੁੰਦਾ ਹੈ, ਜ਼ਿਆਦਾ ਸਮਾਂ ਖਰਚ ਹੁੰਦਾ ਹੈ ਤੇ ਪੈਸਾ ਵੀ ਖਰਚ ਹੁੰਦਾ ਹੈ ਤੇ ਵਿਦਿਆਰਥੀਆਂ ਦਾ ਧਿਆਨ ਵੀ ਜ਼ਿਆਦਾਤਰ ਉੱਧਰ ਰਹਿੰਦਾ ਹੈ। ਤਾਂ ਅਧਿਆਪਕ ਕੋਲ ਜੇਕਰ ਥੋੜ੍ਹੇ ਸਾਧਨਾਂ ਦਾ ਪ੍ਰਯੋਗ ਕੀਤਾ ਜਾਂਦਾ ਤੇ ਪ੍ਰਯੋਗ ਚੰਗੇ ਢੰਗ ਨਾਲ ਕੀਤਾ ਜਾਂਦਾ ਹੈ, ਜਿਹਦੇ ਨਾਲ ਵਿਸ਼ੇ ਵਸਤੂ ਦੀ ਚੰਗੀ ਤਰ੍ਹਾਂ ਸਮਝ ਵੀ ਵਿਦਿਆਰਥੀਆਂ ਨੂੰ ਆ ਜਾਵੇ, ਤਾਂ ਉਹਦੇ ਨਾਲ ਕੀ ਹੈ? ਅਧਿਆਪਕ ਵੀ ਆਪਣੇ ਜੋ ਉਦੇਸ਼ ਹੈ ਉਹ ਤੋਂ ਭਟਕਦਾ ਨਹੀਂ ਹੈ ਤੇ ਵਿਦਿਆਰਥੀ ਵੀ ਚੰਗੀ ਤਰ੍ਹਾਂ ਸਿੱਖ ਲੈਂਦੇ ਹੈ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਦੇਖਣ ਸੁਣਨ ਸਾਧਨਾਂ ਦੀ ਸੰਖਿਆ ਹੈ ਜਿਹੜੀ ਉਹ ਜਿੰਨੀ ਜ਼ਰੂਰਤ ਹੈ ਉਨੀ ਹੀ ਕਰਨੀ ਚਾਹੀਦੀ ਹੈ। ਜ਼ਿਆਦਾ ਸਾਧਨਾਂ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਸਾਨੂੰ। ਤਾਂ ਇਹ ਸਾਡਾ ਦੂਜਾ ਸਿਧਾਂਤ ਹੈ। ਤੀਜਾ ਸਿਧਾਂਤ ਹੈ ਦੇਖਣ ਸੁਣਨ ਸਾਧਨਾਂ ਦੀ ਚੋਣ। ਕਿ ਚੋਣ ਦੇਖਣ ਸੁਣਨ ਸਾਧਨਾਂ ਦੀ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ਅਸੀਂ ਉਹ ਵੇਖਾਂਗੇ। ਚੋਣ ਦਾ ਭਾਵ ਸਾਰੇ ਸਮਝਦੇ ਹੋਵੋਗੇ। ਪੰਜਾਬੀ ਦੇ ਵਿੱਚ ਚੋਣ ਕਿਹਾ ਜਾਂਦਾ ਹੈ ਚੁਣਾਵ ਨੂੰ। ਕਿ ਉਹਨਾਂ ਨੂੰ ਚੁਣਨਾ ਕਿਵੇਂ ਹੈ? ਸਿਲੈਕਟ ਕਿਵੇਂ ਕਰਨਾ ਹੈ? ਅਸੀਂ ਕਿਹੜੇ ਕਿਹੜੇ ਦੇਖਣ ਸਹਾਇਕ ਸਾਧਨ ਅਸੀਂ ਚੋਣ ਕਰਨੇ ਹੈ ਤਾਂ ਅਸੀਂ ਦੇਖਾਂਗੇ ਸਾਧਨਾਂ ਦੀ ਚੋਣ ਕਿਵੇਂ ਕਰਨੀ ਹੈ। ਤੀਜਾ ਸਿਧਾਂਤ ਹੈ ਸਾਡਾ ਦੇਖਣ ਸੁਣਨ ਸਾਧਨਾਂ ਦੀ ਚੋਣ। ਚੋਣ ਬਾਰੇ ਅਸੀਂ ਵੇਖਣਾ ਹੈ ਕਿ ਕਿਵੇਂ ਸਿਲੈਕਟ ਕਰਨਾ ਹੈ, ਕਿ ਕਿਹੜੇ ਕਿਹੜੇ ਸਾਧਨ ਸਾਨੂੰ ਜ਼ਰੂਰਤ ਹੈ। ਤਾਂ ਇਹ ਬਹੁਤ ਵਧੀਆ ਇੱਕ ਸਿਧਾਂਤ ਹੈ। ਇਹਦਾ ਮਤਲਬ ਇਹ ਹੈ ਕਿ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ, ਚੋਣ ਕੌਣ ਕਰੂਗਾ? ਅਧਿਆਪਕ ਕਰੂਗਾ। ਕਿਵੇਂ ਕਰੂਗਾ? ਜਿਸ ਪ੍ਰਕਾਰ ਦਾ ਉਸਨੇ ਵਿਸ਼ਾ ਵਸਤੂ ਪੜ੍ਹਾਉਣਾ ਹੈ, ਵਿਦਿਆਰਥੀਆਂ ਨੂੰ ਪਾਠ ਪੜ੍ਹਾਉਣਾ ਹੈ ਤਾਂ ਪਾਠ ਦੇ ਅਨੁਕੂਲ ਵਿਸ਼ਾ ਵਸਤੂ ਦਾ ਜਿਹੜੀ ਪਾਠ ਦੇ ਅਨੁਕੂਲ ਹੀ ਜਿਹੜੇ ਅਨੁਸਾਰ ਜਿਹੜੇ ਸਾਧਨ ਹਨ ਉਹਨਾਂ ਦਾ ਹੀ ਚੋਣ ਕਰਨਾ ਹੈ। ਤਾਂ ਅਧਿਆਪਕ ਪਾਠ ਦੇ ਅਨੁਕੂਲ ਸਾਧਨਾਂ ਦੀ ਚੋਣ ਕਰੇ। ਕਿਵੇਂ ਕਰੇ? ਅਧਿਆਪਕ ਦੁਆਰਾ ਕੀ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੀ ਉਸਦੇ ਪਾਠ ਦੇ ਅਨੁਕੂਲ ਹੈ, ਜੋ ਪਾਠ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣਾ ਹੈ ਉਹਦੇ ਅਨੁਕੂਲ ਹੀ ਸਾਧਨਾਂ ਦੀ ਚੋਣ ਕਰੇ ਕਿ ਕਿਹੜੇ ਕਿਹੜੇ ਸਾਧਨ ਹਨ। ਜੋ ਸਾਧਨ ਉਸ ਪਾਠ ਦੇ ਕੰਮ ਨਹੀਂ ਆਉਣ ਵਾਲੇ ਤਾਂ ਉਹਨਾਂ ਨੂੰ ਕਦੇ ਵੀ ਪ੍ਰਯੋਗ ਨਹੀਂ ਕਰਨਾ ਚਾਹੀਦਾ। ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਪਹਿਲਾਂ ਹੀ ਚੋਣ ਕਰਨੀ ਪੈਂਦੀ ਹੈ ਸਮੱਗਰੀ ਅਧਿਆਪਕ ਨੂੰ ਕਿ ਕਿਹੜੀ ਕਿਹੜੀ ਸਮੱਗਰੀ ਦਾ ਜ਼ਰੂਰਤ ਹੈ ਪਾਠ ਦੇ ਸਮੇਂ। ਹੋਰ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਠ ਨੂੰ ਉਹ ਜਿਹੜੀ ਸਮੱਗਰੀ ਚੋਣ ਕੀਤੀ ਜਾਂਦੀ ਹੈ ਦੇਖਣ ਸੁਣਨ ਸਾਧਨਾਂ ਦੀ, ਉਹ ਕੀ ਬਣਾਵੇ? ਪਾਠ ਨੂੰ ਰੋਚਕ ਬਣਾਵੇ, ਪਾਠ ਨੂੰ ਰੋਚਕ ਬਣਾਵੇ, ਦਿਲਚਸਪ ਬਣਾਵੇ, ਸੌਖੇ ਢੰਗ ਨਾਲ ਪਾਠ ਸਮਝਾਇਆ ਜਾ ਸਕੇ, ਸੌਖੇ ਢੰਗ ਨਾਲ ਪਾਠ ਸੌਖੇ ਢੰਗ ਨਾਲ ਪੜ੍ਹਾਇਆ ਜਾ ਸਕੇ, ਵਿਦਿਆਰਥੀ ਉਸ ਵਿੱਚ ਰੁਚੀ ਲੈਣ, ਜ਼ਿਆਦਾ ਤੋਂ ਜ਼ਿਆਦਾ ਦਿਲਚਸਪੀ ਜ਼ਿਆਦਾ ਲੈਣ, ਵਿਦਿਆਰਥੀਆਂ ਨੂੰ ਉਹਦੇ ਨਾਲ ਢੰਗ ਨਾਲ ਜਾਂ ਸੌਖੇ ਤਰੀਕੇ ਨਾਲ ਸਮਝ ਆ ਜਾਵੇ। ਇੱਕ ਉਦੇਸ਼ ਹਨ ਜੋ ਉਹਨਾਂ ਦੀ ਪ੍ਰਾਪਤੀ ਹੋ ਜਾਵੇ। ਕਿਹਦੀ ਪ੍ਰਾਪਤੀ ਹੋ ਜਾਵੇ? ਉਦੇਸ਼ਾਂ ਦੀ ਪ੍ਰਾਪਤੀ ਹੋ ਜਾਵੇ। ਜਿਹੜੇ ਸਾਧਨਾਂ ਨਾਲ ਉਦੇਸ਼ਾਂ ਦੀ ਪ੍ਰਾਪਤੀ ਹੁੰਦੀ ਹੈ, ਵਿਸ਼ੇ ਵਸਤੂ ਦੇ ਉਦੇਸ਼ਾਂ ਨਾਲ ਮੇਲ ਖਾਂਦੇ ਹਨ, ਜਿਹੜੇ
ਸਾਧਨ ਉਹਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਜਿਨ੍ਹਾਂ ਨਾਲ ਸਾਡੇ ਜੋ ਮਿੱਥੇ ਗਏ ਹਨ ਉਦੇਸ਼ ਉਹਨਾਂ ਦੀ ਪ੍ਰਾਪਤੀ ਹੋ ਜਾਵੇ। ਤਾਂ ਅਧਿਆਪਕ ਨੇ ਚੰਗੇ ਸਾਧਨਾਂ ਦੀ ਚੋਣ ਕਰਨੀ ਹੈ, ਜਿਹੜੀ ਵਿਦਿਆਰਥੀਆਂ ਨੂੰ ਜਿਹੜਾ ਵੀ ਪਾਠ ਪੜ੍ਹਾਇਆ ਜਾਣਾ ਹੈ ਉਹਦੇ ਅਨੁਸਾਰ ਹੋਵੇ ਤੇ ਉਹ ਪਾਠ ਜਿਨ੍ਹਾਂ ਨਾਲ ਚੰਗੀ ਤਰ੍ਹਾਂ ਨਾਲ ਸਮਝ ਆ ਜਾਵੇ। ਐ ਨਹੀਂ ਕਿ ਅਧਿਆਪਕ ਕਲਾਸ ਦੇ ਵਿੱਚ ਕੋਈ ਵੀ ਸਾਧਨ ਚੱਕ ਕੇ ਲੈ ਗਿਆ, ਉਹਨਾਂ ਦੀ ਉੱਥੇ ਵਰਤੋਂ ਹੋ ਹੀ ਨਹੀਂ ਰਹੀ ਉਸ ਪਾਠ ਦੇ ਵਿੱਚ, ਜਾਂ ਕਈ ਸਾਧਨ ਇਹੋ ਜਿਹੇ ਲੈ ਗਏ ਜਿਹੜੇ ਬਹੁਤ ਜ਼ਿਆਦਾ ਲੈ ਗਏ, ਉਹਨਾਂ ਦੀ ਜ਼ਰੂਰਤ ਨਹੀਂ ਹੈ। ਤਾਂ ਇਸ ਪ੍ਰਕਾਰ ਨਾਲ ਨਹੀਂ ਕਰਨਾ ਚਾਹੀਦਾ। ਪਹਿਲਾਂ ਸਿਲੈਕਟ ਕਰ ਲੈਣੇ ਚਾਹੀਦੇ ਹੈ ਕਿ ਕਿਹੜੇ ਕਿਹੜੇ ਸਾਧਨਾਂ ਦੀ ਵਰਤੋਂ ਪਾਠ ਦੇ ਵਿੱਚ ਹੋਣੀ ਹੈ ਤੇ ਜਿਨ੍ਹਾਂ ਨਾਲ ਚੰਗੀ ਤਰ੍ਹਾਂ ਪਾਠ ਸਮਝਾਇਆ ਜਾ ਸਕੇ, ਸਾਰੇ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ, ਤਾਂ ਉਸ ਪ੍ਰਕਾਰ ਨਾਲ ਸਾਧਨਾਂ ਦੀ ਚੋਣ ਕੀਤੀ ਜਾਵੇ। ਇਸ ਤੋਂ ਬਾਅਦ ਸਾਡਾ ਅਗਲਾ ਸਿਧਾਂਤ ਹੈ ਤਿਆਰੀ ਦਾ ਸਿਧਾਂਤ। ਤਿਆਰੀ ਤੋਂ ਭਾਵ ਹੈ ਕਿ ਜਿਹੜੇ ਸਾਧਨਾਂ ਦੀ ਅਸੀਂ ਕਰਨੀ ਹੈ, ਵਰਤੋਂ ਕਰਨੀ ਹੈ ਪਾਠ ਦੇ ਦੌਰਾਨ, ਤਾਂ ਉਹਨਾਂ ਸਾਧਨਾਂ ਦੀ ਪਹਿਲਾਂ ਅਧਿਆਪਕ ਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ, ਪ੍ਰਯੋਗ ਦੀ ਤਿਆਰੀ। ਚੌਥਾ ਸਾਡਾ ਟੌਪਿਕ ਹੈ ਤਿਆਰੀ ਦਾ ਸਿਧਾਂਤ। ਤਿਆਰੀ ਤੋਂ ਭਾਵ ਹੈ ਜਿਹੜੇ ਸਾਧਨ ਹਨ ਦੇਖਣ ਸੁਣਨ ਦੇ, ਉਹਨਾਂ ਦਾ ਪ੍ਰਯੋਗ ਕਰਨ ਦੀ ਤਿਆਰੀ। ਤਿਆਰੀ ਦਾ ਸਿਧਾਂਤ ਅਧਿਆਪਕ ਕੀ ਕਰੂਗਾ? ਅਧਿਆਪਕ ਜੋ ਸਾਧਨ ਪ੍ਰਯੋਗ ਕਰਨੇ ਹਨ, ਦੇਖਣ ਸੁਣਨ ਸਾਧਨ ਪ੍ਰਯੋਗ ਕਰਨੇ ਹਨ, ਉਹਨਾਂ ਦੀ ਕੀ ਕਰੂਗਾ? ਉਹਨਾਂ ਦੇ ਪ੍ਰਯੋਗ ਦੀ ਤਿਆਰੀ। ਉਹਨਾਂ ਦਾ ਕਿਵੇਂ ਪ੍ਰਯੋਗ ਕਰਨਾ ਹੈ? ਉਹਨਾਂ ਦੇ ਪ੍ਰਯੋਗ ਦੀ ਤਿਆਰੀ ਪਹਿਲਾਂ ਕਰੇ। ਤਾਂ ਜਿਹੜੇ ਸਾਧਨਾਂ ਦਾ ਪ੍ਰਯੋਗ ਕਰਨਾ ਹੈ, ਤਿਆਰੀ ਦਾ ਸਿਧਾਂਤ ਕਹਿੰਦਾ ਹੈ ਕਿ ਅਧਿਆਪਕ ਉਹਨਾਂ ਸਾਧਨਾਂ ਦੇ ਪ੍ਰਯੋਗ ਦੀ ਤਿਆਰੀ ਪਹਿਲਾਂ ਕਰ ਲੇ ਕਿ ਕਿਵੇਂ ਇਹਨਾਂ ਨੂੰ ਪ੍ਰਯੋਗ ਵਿੱਚ ਲੈਣਾ ਹੈ। ਸਾਰਿਆਂ ਦੀ ਜਾਣਕਾਰੀ ਅਧਿਆਪਕ ਨੂੰ ਹੋਣੀ ਚਾਹੀਦੀ ਹੈ ਕਿ ਕਿੱਥੇ ਮੈਂ ਕਿਹੜੀ ਚੀਜ਼ ਦਾ ਪ੍ਰਯੋਗ ਕਰਨਾ ਹੈ, ਕਿਹੜੇ ਸਾਧਨ ਦਾ ਕਿੱਥੇ ਕਰਨਾ ਹੈ। ਉਹ ਤੋਂ ਪਹਿਲਾਂ ਅਧਿਆਪਕ ਇੱਕ ਯੋਜਨਾ ਬਣਾ ਕੇ ਰੱਖੇ। ਤਿਆਰੀ ਲਈ ਅਧਿਆਪਕ ਕੀ ਕਰੇ? ਯੋਜਨਾ ਦੀ ਕਿਵੇਂ ਕਿਵੇਂ ਸਹਾਇਕ ਸਮੱਗਰੀ ਦੀ ਅਸੀਂ ਵਰਤੋਂ ਕਰਨੀ ਹੈ, ਉਹਦੀ ਤਿਆਰੀ ਅਧਿਆਪਕ ਕੀ ਕਰੂਗਾ? ਅਧਿਆਪਕ ਯੋਜਨਾ। ਕਾਹਦੀ ਯੋਜਨਾ ਬਣਾ ਕੇ ਰੱਖੇ ਅਧਿਆਪਕ? ਵੀ ਇਹਨਾਂ ਦੀ ਸਹਾਇਕ ਸਮੱਗਰੀ ਹੈ, ਜੋ ਉਪਕਰਨ ਹਨ ਜਿਨ੍ਹਾਂ ਦੀ ਉਹ ਵਰਤੋਂ ਕਰ ਰਿਹਾ ਹੈ, ਤਾਂ ਉਹਨਾਂ ਦੀ ਯੋਜਨਾ ਬਣਾ ਕੇ ਰੱਖੇ। ਉਹਦੀ ਤੈਅ ਹੋਣੀ ਚਾਹੀਦੀ ਹੈ ਪਹਿਲਾਂ ਤੋਂ ਕਿ ਮੈਂ ਇਹਨਾਂ ਦਾ ਪ੍ਰਯੋਗ ਕਿਵੇਂ ਕਰਨਾ ਹੈ। ਤਾਂ ਅਧਿਆਪਕ ਨੇ ਕੁੱਲ ਮਿਲਾ ਕੇ ਗੱਲ ਇਹ ਹੈ, ਸੌਖੇ ਢੰਗ ਨਾਲ ਅਸੀਂ ਸਮਝੀਏ ਤਾਂ ਜਿਹੜੇ ਸਹਾਇਕ ਸਾਧਨਾਂ ਦੀ ਵਰਤੋਂ ਕਰਨੀ ਹੈ, ਪ੍ਰਯੋਗ ਕਰਨਾ ਹੈ ਪੜ੍ਹਾਉਣ ਦੇ ਸਮੇਂ, ਉਹਨਾਂ ਦੀ ਪਹਿਲਾਂ ਤਿਆਰੀ ਕਰਕੇ ਰੱਖੇ, ਜਿਹਦੇ ਨਾਲ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਨਾਲ ਉਹਨਾਂ ਦੀ ਵਰਤੋਂ ਕਲਾਸ ਦੇ ਵਿੱਚ ਕਰੀ ਜਾ ਸਕੇ। ਤਿਆਰੀ ਦੇ ਵਿੱਚ ਹੋਰ ਵੀ ਚੀਜ਼ ਹੈ ਕਿ ਜੋ ਵੀ ਸਾਧਨ ਹਨ, ਸਹਾਇਕ ਸਾਧਨ, ਉਹਨਾਂ ਨੂੰ ਕਲਾਸ ਦੇ ਵਿੱਚ ਪਹਿਲਾਂ ਹੀ ਰੱਖ ਦਿੱਤਾ ਜਾਵੇ ਲਿਜਾ ਕੇ। ਇਹ ਨਾ ਹੋਵੇ ਕਿ ਅੱਧੀ ਸਮੱਗਰੀ ਪਹੁੰਚੀ ਹੈ, ਜਦੋਂ ਵਿਦਿਆਰਥੀ ਨੂੰ ਪੜ੍ਹਾ ਰਿਹਾ ਹੈ ਵਿਦਿਆਰਥੀਆਂ ਨੂੰ ਅਧਿਆਪਕ, ਤੇ ਉਦੋਂ ਕੁਝ ਸਮੱਗਰੀ ਲਿਜਾਣੀ ਪਵੇ ਜਾਂ ਉੱਥੇ ਉਹ ਸਮੱਗਰੀ ਨਾ ਹੋਵੇ, ਤਾਂ ਫਿਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਸਾਰਾ ਸਮਾਨ ਉੱਥੇ ਤਿਆਰ ਹੋਣਾ ਚਾਹੀਦਾ ਹੈ, ਜਿਹੜੇ ਜਿਹੜੇ ਸਮਾਨ ਦੀ ਜ਼ਰੂਰਤ ਹੈ। ਹੁਣ ਅਗਲਾ ਸਾਡਾ ਸਿਧਾਂਤ ਹੈ ਪੇਸ਼ਕਾਰੀ ਦਾ ਸਿਧਾਂਤ। ਪੇਸ਼ਕਾਰੀ ਦੇ ਸਿਧਾਂਤ ਤੋਂ ਭਾਵ ਹੈ ਕਿ ਵਿਦਿਆਰਥੀਆਂ ਦੇ ਸਾਹਮਣੇ ਵਿਸ਼ੇ ਜੋ ਦੇਖਣ ਸੁਣਨ ਸਹਾਇਕ ਸਾਧਨਾਂ ਦਾ ਪ੍ਰਯੋਗ ਕਰਨਾ ਹੈ, ਉਹਨਾਂ ਨੂੰ ਸਹੀ ਢੰਗ ਦੇ ਨਾਲ ਪੇਸ਼ ਕਿਵੇਂ ਕੀਤਾ ਜਾਵੇ, ਸਹੀ ਢੰਗ ਦੇ ਨਾਲ ਪੇਸ਼ ਕਰਨਾ। ਸਾਡਾ ਸਿਧਾਂਤ ਹੈ ਪੇਸ਼ਕਾਰੀ ਦਾ ਸਿਧਾਂਤ। ਪੇਸ਼ਕਾਰੀ ਦਾ ਸਿਧਾਂਤ। ਹੁਣ ਅਧਿਆਪਕ ਨੇ ਕੀ ਕਰਨਾ ਹੈ? ਅਧਿਆਪਕ ਦੁਆਰਾ ਜੋ ਵੀ ਸਮੱਗਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਦੇਖਣ ਸੁਣਨ ਸਹਾਇਕ ਸਾਧਨਾਂ ਦਾ, ਉਹਨਾਂ ਦਾ ਪ੍ਰਯੋਗ ਸਹੀ ਢੰਗ ਨਾਲ ਪੇਸ਼ ਕੀਤਾ ਜਾਵੇ। ਅਧਿਆਪਕ ਦੁਆਰਾ ਸਹੀ ਢੰਗ ਨਾਲ ਪ੍ਰਯੋਗ ਨਾਲ ਪੇਸ਼ ਕੀਤਾ ਜਾਵੇ। ਕਿੱਥੇ ਪੇਸ਼ ਕੀਤਾ ਜਾਵੇ? ਕਲਾਸ ਦੇ ਵਿੱਚ ਵਿਦਿਆਰਥੀਆਂ ਸਾਹਮਣੇ। ਸਹੀ ਢੰਗ ਨਾਲ ਪੇਸ਼ ਕਰਨ ਨਾਲ ਵਿਦਿਆਰਥੀਆਂ ਨੂੰ ਉਸ ਦੇ ਬਾਰੇ ਚੰਗੀ ਸਮਝ ਆ ਜਾਊਗੀ ਤੇ ਜੋ ਵਿਸ਼ਾ ਵਸਤੂ ਉਹਨਾਂ ਦੁਆਰਾ ਸਮਝਾਉਣੀ ਚਾਹੁੰਦਾ ਹੈ ਅਧਿਆਪਕ, ਜੋ ਪਾਠ ਉਹ ਚੰਗੀ ਤਰ੍ਹਾਂ ਸਮਝ ਆ ਜਾਊਗਾ। ਤਿਆਰੀ ਜਿਵੇਂ ਪੇਸ਼ ਕਰਨ ਤੋਂ ਭਾਵ ਇਹ ਹੈ ਕਿ ਕੋਈ ਵੀ ਚੀਜ਼ ਜੋ ਸਾਧਨ ਵਰਤ ਰਿਹਾ ਹੈ ਕਲਾਸ ਦੇ ਵਿੱਚ, ਉਹ ਇੱਕ ਤਾਂ ਸਾਰੇ ਬੱਚਿਆਂ ਨੂੰ ਦਿਖੇ, ਨਾ ਹੋਵੇ ਪਿੱਛੇ ਬੈਠੇ ਜੋ ਬੱਚੇ ਹਨ ਉਹਨਾਂ ਨੂੰ ਕੋਈ ਚਾਰਟ ਵਗੈਰਾ ਜਾਂ ਕੋਈ ਚੀਜ਼ ਹੈ ਉਹ ਦਿਖ ਹੀ ਨਾ ਰਹੀ ਹੋਵੇ, ਜਾਂ ਉਹਦੇ ਤੇ ਬਰੀਕ ਲਿਖਿਆ ਹੈ ਤੇ ਬੱਚਿਆਂ ਨੂੰ ਸਾਰਿਆਂ ਨੂੰ ਦਿਖੇ ਨਾ। ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ। ਉਹਨੂੰ ਪੇਸ਼ ਅਜਿਹੇ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀਆਂ ਦੇ ਸਮਝ ਆ ਜਾਏ। ਕੀ ਆ ਜਾਏ? ਸਾਰੇ ਵਿਦਿਆਰਥੀ
ਢੰਗ ਨਾਲ ਪੜ੍ਹ ਸਕਣ, ਸਾਰੇ ਵਿਦਿਆਰਥੀ ਪਾਠ ਨੂੰ ਸਮਝ ਸਕਣ। ਤੇ ਸਮਝਣਗੇ ਉਦੋਂ ਜਦੋਂ ਉਹ ਇਸ ਪੂਰੀ ਸਮੱਗਰੀ ਨੂੰ ਦੇਖ ਲੈਣਗੇ, ਦਿਖ ਰੂਗੀ ਉਹਨਾਂ ਨੂੰ ਤੇ ਚੰਗੀ ਤਰ੍ਹਾਂ ਉਹਨਾਂ ਦੇ ਸਾਹਮਣੇ ਪੇਸ਼ ਕਰੀ ਜਾਊਗੀ। ਤੇ ਉਹ ਕੰਮ ਕੌਣ ਕਰੂਗਾ? ਅਧਿਆਪਕ। ਕੁੱਲ ਮਿਲਾ ਕੇ ਗੱਲ ਇਹ ਕਿ ਜੋ ਸਮੱਗਰੀ ਦਾ ਪ੍ਰਯੋਗ ਅਧਿਆਪਕ ਕਰ ਰਿਹਾ ਹੈ ਦੇਖਣ ਸੁਣਨ ਸਹਾਇਕ ਸਾਧਨਾਂ ਦਾ, ਉਹਨਾਂ ਸਾਧਨਾਂ ਨੂੰ ਚੰਗੇ ਢੰਗ ਦੇ ਨਾਲ ਪਹਿਲਾਂ ਯੋਜਨਾ ਬਣਾ ਕੇ ਪੇਸ਼ ਕੀਤਾ ਜਾਵੇ ਤੇ ਉਹ ਸਾਧਨ ਉਦੇਸ਼ਾਂ ਨੂੰ ਪੂਰਾ ਕਰਨ ਇਸ ਪ੍ਰਕਾਰ ਪੇਸ਼ ਕੀਤਾ ਜਾਵੇ ਤਾਂ ਅਸੀਂ ਉਹਨਾਂ ਉਦੇਸ਼ਾਂ ਦੀ ਪੂਰਤੀ ਕਰ ਸਕੀਏ, ਪ੍ਰਾਪਤੀ ਕਰ ਸਕੀਏ। ਤਾਂ ਇਹ ਸੀ ਸਾਡੇ 5 ਸਿਧਾਂਤ। ਪਹਿਲਾ ਸਿਧਾਂਤ ਸੀ ਟੀਚਾ ਨਹੀਂ ਸਾਧਨ। ਇੱਕ ਵਾਰ ਅਸੀਂ ਹੋਰ ਸਮਝ ਲੈਂਦੇ ਹਾਂ ਕਿ ਇਹ ਸਿਰਫ ਸਾਧਨ ਹਨ, ਸਾਧਨ ਵੀ ਸਹਾਇਕ ਹਨ, ਉਦੇਸ਼ ਨਹੀਂ ਹੈ। ਉਦੇਸ਼ ਸਾਡਾ ਬੱਚਿਆਂ ਨੂੰ ਸਿਖਾਉਣਾ ਹੀ ਹੈ। ਇਹਨਾਂ ਨੂੰ ਉਦੇਸ਼ ਮੰਨ ਕੇ ਸਾਰਾ ਜ਼ੋਰ ਇਹਨਾਂ ਤੇ ਹੀ ਨਹੀਂ ਲਾਉਣਾ ਚਾਹੀਦਾ। ਜੇ ਜ਼ਰੂਰਤ ਹੈ ਤਾਂ ਪ੍ਰਯੋਗ ਕਰਨਾ, ਨਹੀਂ ਤਾਂ ਨਹੀਂ ਕਰਨਾ। ਘੱਟ ਸੰਖਿਆ ਜ਼ਿਆਦਾ ਸੰਖਿਆ ਦੇ ਸਾਧਨ ਨਹੀਂ ਇਕੱਠੇ ਕਰਨੇ, ਅਸੀਂ ਜਿੰਨੀ ਜ਼ਰੂਰਤ ਹੈ ਉਨੀ ਕਰਨੇ ਹੈ। ਦੇਖਣ ਸੁਣਨ ਸਾਧਨਾਂ ਦੀ ਚੋਣ ਅਧਿਆਪਕ ਨੇ ਪਹਿਲਾਂ ਕਰ ਲੈਣੀ ਹੈ ਕਿ ਕਿਹੜੇ ਕਿਹੜੇ ਸਾਧਨਾਂ ਦੀ ਜ਼ਰੂਰਤ ਹੈ। ਜੋ ਫਾਲਤੂ ਦੇ ਸਾਧਨ ਹਨ ਉਹ ਨਹੀਂ ਜਾਣੇ ਚਾਹੀਦੇ। ਪਹਿਲਾਂ ਸਿਲੈਕਟ ਕਰਕੇ ਪਾਠ ਤੋਂ ਪਹਿਲਾਂ ਕਿ ਕਿਹੜੇ ਪਾਠ ਦੇ ਵਿੱਚ ਕਿਹੜੇ ਕਿਹੜੇ ਸਾਧਨਾਂ ਦੀ ਜ਼ਰੂਰਤ ਹੈ ਉਹਦੀ ਚੋਣ ਅਧਿਆਪਕ ਨੇ ਪਹਿਲਾਂ ਕਰ ਲੈਣੀ ਹੈ। ਇੱਕ ਹੈ ਤਿਆਰੀ ਦਾ ਸਿਧਾਂਤ। ਤਿਆਰੀ ਦੇ ਸਿਧਾਂਤ ਦਾ ਭਾਵ ਇਹ ਹੈ ਕਿ ਵਿਦਿਆਰਥੀ ਨੂੰ ਉਪਕਰਨ ਪਹਿਲਾਂ ਹੀ ਤਿਆਰ ਕਰਕੇ ਕਲਾਸ ਦੇ ਵਿੱਚ ਰੱਖ ਲੈਣੇ ਚਾਹੀਦੇ ਤੇ ਉਹਨਾਂ ਦੀ ਪ੍ਰਯੋਗ ਕਰਨ ਦਾ ਤਰੀਕਾ ਵੀ ਪਹਿਲਾਂ ਸਮਝ ਲੈਣਾ ਚਾਹੀਦਾ। ਯੋਜਨਾ ਬਣਾ ਲੈਣੀ ਚਾਹੀਦੀ ਜਿਹੜਾ ਵਿਦਿਆਰਥੀ ਅੱਗੇ ਢੰਗ ਨਾਲ ਉਹ ਸਾਧਨ ਰੱਖ ਕੇ ਪ੍ਰਯੋਗ ਕੀਤਾ ਜਾ ਸਕੇ ਤੇ ਉਹ ਵਿਦਿਆਰਥੀ ਨੂੰ ਢੰਗ ਨਾਲ ਸਮਝ ਸਕਣ ਤੇ ਵਿਸ਼ਾ ਵਸਤੂ ਉਹਨਾਂ ਦੇ ਚੰਗੀ ਤਰ੍ਹਾਂ ਸਮਝ ਆ ਸਕੇ, ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ ਤੇ ਸਾਰੇ ਉਦੇਸ਼ ਜੋ ਮਿੱਥੇ ਹਨ ਉਹ ਪੂਰੇ ਹੋ ਜਾਣ। ਪੇਸ਼ਕਾਰੀ ਦਾ ਸਿਧਾਂਤ ਹੈ ਕਿ ਸਾਧਨਾਂ ਨੂੰ ਪੇਸ਼ ਸਹੀ ਢੰਗ ਦੇ ਨਾਲ ਕੀਤਾ ਜਾਵੇ। ਸਾਰੇ ਕਲਾਸ ਦੇ ਵਿੱਚ ਜਦੋਂ ਕੋਈ ਸਮੱਗਰੀ ਦਿਖਾਈ ਜਾਵੇ ਤਾਂ ਸਾਰੇ ਵਿਦਿਆਰਥੀਆਂ ਨੂੰ ਦਿਖੇ, ਸਾਰੇ ਉਦੇਸ਼ਾਂ ਦੀ ਪੂਰਤੀ ਹੋਵੇ ਜਿਹੜੇ ਉਦੇਸ਼ ਮਿੱਥੇ ਗਏ ਹਨ। ਵਿਦਿਆਰਥੀਆਂ ਨੂੰ ਜੋ ਦਿਖਾਉਣਾ ਹੈ ਭਾਵ ਸਹੀ ਦਿਖਾਇਆ ਜਾਵੇ, ਪ੍ਰਯੋਗ ਸਹੀ ਕੀਤਾ ਜਾਵੇ ਕਲਾਸ ਦੇ ਵਿੱਚ, ਉਹ ਹੋਗੀ ਪੇਸ਼ਕਾਰੀ। ਇਸ ਤੋਂ ਇਲਾਵਾ ਵੀ ਕੁਝ ਨਿਯਮ ਹਨ ਸਹਾਇਕ ਸਾਧਨਾਂ ਦੇ ਧਿਆਨ ਰੱਖਣ ਯੋਗ ਗੱਲਾਂ ਅਸੀਂ ਕਹਿ ਸਕਦੇ ਹਾਂ, ਜਿਵੇਂ ਕਿ ਉਹਨਾਂ ਨੂੰ ਪਾਠ ਸਾਰ ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਕਲਾਸ ਦੇ ਵਿੱਚ ਪ੍ਰਯੋਗ ਕਰਿਆ ਤਾਂ ਉੱਥੋਂ ਚੱਕ ਕੇ ਲਿਜਾ ਕੇ ਸਹੀ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਕਿ ਦੁਬਾਰੇ ਵੀ ਉਹ ਵਰਤੋਂ 'ਚ ਆ ਜਾਣ, ਪੈਸਾ ਜ਼ਿਆਦਾ ਨਸ਼ਟ ਨਾ ਹੋਵੇ, ਸਮਾਂ ਵੀ ਨਸ਼ਟ ਨਾ ਹੋਵੇ। ਤਾਂ ਇਹ ਚੀਜ਼ਾਂ ਕਈ ਇਹਨਾਂ ਨੂੰ ਧਿਆਨ ਰੱਖਣ ਯੋਗ ਹਨ ਤੇ ਇਹ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ, ਇਹਨਾਂ ਸਿਧਾਂਤਾਂ ਤੇ ਗੌਰ ਕਰਾਂਗੇ ਤਾਂ ਇਹਦਾ ਫਾਇਦਾ ਸਾਨੂੰ ਕੀ ਹੈ ਕਿ ਇਹਨਾਂ ਦੇ ਜੋ ਉਦੇਸ਼ ਹਨ ਉਹ ਪੂਰੇ ਹੋ ਜਾਣ। ਉਦੇਸ਼ ਕੀ ਹੁੰਦੇ ਹਨ? ਜਦੋਂ ਅਸੀਂ ਸਹਾਇਕ ਸਾਧਨਾਂ ਦੀ ਵਰਤੋਂ ਕਿਉਂ ਕਰਦੇ ਹਾਂ? ਸਾਡੇ ਉਦੇਸ਼ ਹੁੰਦੇ ਹੈ ਕਿ ਅਸੀਂ ਇਹਨਾਂ ਨਾਲ ਸਿੱਖਿਆ ਵਧੀਆ ਢੰਗ ਨਾਲ ਦੇ ਸਕਦੇ ਹਾਂ। ਤਾਂ ਉਹ ਢੰਗ ਨਾਲ ਜੇ ਅਸੀਂ ਇਹਨਾਂ ਦਾ ਪ੍ਰਯੋਗ ਵਧੀਆ ਢੰਗ ਦੇ ਨਾਲ ਇਹਨਾਂ ਸਿਧਾਂਤਾਂ ਦੇ ਅਨੁਸਾਰ ਕਰਾਂਗੇ ਤਾਂ ਇੱਕ ਤਾਂ ਸਾਡਾ ਸਮਾਂ ਜ਼ਿਆਦਾ ਨਹੀਂ ਲੱਗੂਗਾ ਤੇ ਵਿਦਿਆਰਥੀਆਂ ਨੂੰ ਸਮਝ ਵੀ ਜ਼ਿਆਦਾ ਆ ਜਾਊ। ਔਖੀ ਤੋਂ ਔਖੀ ਚੀਜ਼ ਅਸੀਂ ਸੌਖੇ ਢੰਗ ਨਾਲ ਇਹਨਾਂ ਸਾਧਨਾਂ ਰਾਹੀਂ ਸਮਝਾ ਸਕਦੇ ਹਾਂ। ਇੱਕ ਤਾਂ ਅਸੀਂ ਸਿੱਧਾ ਕਿਸੇ ਵਿਦਿਆਰਥੀ ਨੂੰ ਸਮਝਾਉਣਾ, ਸਿੱਧਾ ਪੜ੍ਹਾ ਕੇ ਕਿਤਾਬ ਤੋਂ ਇੱਕ ਕੋਈ ਵੀ ਮੂਰਤ ਚੀਜ਼ ਦਿਖਾ ਦੇਣੀ, ਭਾਵ ਇਹਨਾਂ ਸਾਧਨਾਂ ਨੂੰ ਜਿਹੜੇ ਨੂੰ ਅਸੀਂ ਸਮਝਿਆ ਇਹਨਾਂ ਦੀ ਵਰਤੋਂ ਕਰਨੀ। ਪਰ ਇਹਨਾਂ ਦੀ ਵਰਤੋਂ ਜੇ ਅਸੀਂ ਠੀਕ ਕਰੀਏ ਫੇਰ ਹੀ ਫਾਇਦਾ ਹੈ। ਜੇਕਰ ਅਸੀਂ ਸਮਾਂ ਹੀ ਬਹੁਤ ਜ਼ਿਆਦਾ ਨਸ਼ਟ ਕਰ ਦਈਏ, ਕੀ ਕਰ ਦਈਏ? ਸਮਾਂ ਬਹੁਤ ਜ਼ਿਆਦਾ ਨਸ਼ਟ ਕਰੀਏ, ਉਹ ਵੀ ਨੁਕਸਾਨਦਾਇਕ ਹੈ। ਸਮਾਂ ਵੀ ਸਾਡਾ ਘੱਟ ਲੱਗਣਾ ਚਾਹੀਦਾ ਇਸ ਪ੍ਰਕਾਰ ਦਾ ਪ੍ਰਯੋਗ ਕਰਨਾ ਹੈ ਤੇ ਸਾਡਾ ਧਨ ਵੀ ਜ਼ਿਆਦਾ ਵੇਸਟ ਨਹੀਂ ਹੋਣਾ ਚਾਹੀਦਾ, ਆਰਥਿਕ ਭਾਰ ਵੀ ਨਹੀਂ ਪੈਣਾ ਚਾਹੀਦਾ। ਸਮੇਂ ਦਾ ਵੀ ਧਿਆਨ ਰੱਖਣਾ ਹੈ। ਸਮੇਂ ਦੀ ਬਚਤ ਫੇਰ ਹੋਊਗੀ ਜੇ ਅਸੀਂ ਯੋਜਨਾ ਬਣਾ ਕੇ ਢੰਗ ਦੇ ਨਾਲ ਇਹਨਾਂ ਦਾ ਪ੍ਰਯੋਗ ਕਰਾਂਗੇ, ਇਹਨਾਂ ਸਿਧਾਂਤਾਂ ਦਾ ਪ੍ਰਯੋਗ ਕਰਾਂਗੇ। ਤੇ ਅਧਿਆਪਕ ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹਨਾਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਜ਼ਿਆਦਾ ਸਾਧਨ ਵੀ ਨਹੀਂ ਖਰੀਦਣੇ, ਜ਼ਰੂਰਤ ਮੁਤਾਬਕ ਖਰੀਦਣੇ ਜਿਹਦੇ ਨਾਲ ਜ਼ਿਆਦਾ ਪੈਸਾ ਵੀ ਨਸ਼ਟ ਨਾ ਹੋਵੇ ਤੇ ਵਿਦਿਆਰਥੀਆਂ ਨੂੰ ਸਮਝ ਵੀ ਜ਼ਿਆਦਾ ਤੋਂ ਜ਼ਿਆਦਾ ਆ ਸਕੇ। ਜੇਕਰ ਅਸੀਂ ਸਮੱਗਰੀ ਦੀ ਸਹੀ ਵਰਤੋਂ ਨਹੀਂ ਕਰਦੇ ਯੋਜਨਾ ਬਣਾ ਕੇ ਤਾਂ ਵਿਦਿਆਰਥੀਆਂ ਨੂੰ ਉਹਦਾ ਫਾਇਦਾ ਵੀ ਨਹੀਂ ਮਿਲਦਾ, ਸਮੇਂ ਦਾ ਨੁਕਸਾਨ ਹੀ ਹੁੰਦਾ ਹੈ। ਤਾਂ ਕੀ ਕਰਨਾ ਹੈ? ਸਹੀ ਫਾਇਦਾ ਵੀ ਮਿਲਣਾ ਜ਼ਰੂਰੀ ਹੈ। ਤਾਂ ਇਹ 5 ਸਿਧਾਂਤ ਅਸੀਂ ਪੜ੍ਹ ਲਏ। ਦੇਖਣ ਸੁਣਨ ਸਹਾਇਕ ਸਾਧਨਾਂ ਦਾ ਟੌਪਿਕ ਸਾਡਾ ਪੂਰਾ ਹੋ ਗਿਆ। ਯੂਨਿਟ 6 ਵੀ ਸਾਡੀ ਪੂਰੀ ਹੋ ਗਈ ਇਹਦੇ ਨਾਲ। ਦੇਖਣ ਸੁਣਨ ਸਹਾਇਕ ਸਾਧਨਾਂ ਦੀ ਵਰਤੋਂ ਦੇ ਸਿਧਾਂਤ ਪੜ੍ਹੇ ਅਸੀਂ, ਅਰਥ ਤੇ ਵੇਰਵਾ ਪਹਿਲਾਂ ਪੜ੍ਹ ਚੁੱਕੇ ਹਾਂ। ਇਹ ਸਾਡਾ ਟੌਪਿਕ ਕੰਪਲੀਟ ਹੋ ਗਿਆ। ਜੇਕਰ ਇਸ ਟੌਪਿਕ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਕੁਝ ਸਮਝ ਨਹੀਂ ਆਇਆ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਤੁਹਾਨੂੰ ਇਹ ਵੀਡੀਓ ਲਗਾਤਾਰ ਮਿਲਦੀਆਂ ਰਹਿਣ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ। ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਪਸੰਦ ਆਈ ਹੋਊਗੀ। ਧੰਨਵਾਦ।